7ਵੀਂ ਸ਼੍ਰੇਣੀ ਵਿੱਚ ਪੜ੍ਹ ਰਹੇ ਵਿਦਿਆਰਥੀਆਂ ਦਾ ਨਿੱਘਾ ਸਵਾਗਤ ਕਰਦੀ ਹਾਂ। ਜੀ ਆਇਆਂ ਨੂੰ ਆਖਦੀ ਹਾਂ। ਵਿਦਿਆਰਥੀਓ, ਆਪਾਂ ਸ਼ੁਰੂ ਕੀਤਾ ਸੀ ਕੱਲ੍ਹ ਪਰਮਵੀਰ ਪੰਜਾਬੀ ਵਿਆਕਰਨ ਅਤੇ ਲਿਖਣ ਕਲਾ 7 ਦਾ ਪਾਠ ਨੰਬਰ 12 ਕਿਰਿਆ, ਜੋ ਕਿ ਪੰਨਾ ਨੰਬਰ 54 54 ਦੇ ਉੱਪਰ ਹੈ। ਸੋ ਪਾਠ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਤੁਹਾਨੂੰ ਕੁਝ ਜਾਣਕਾਰੀ ਦਿੱਤੀ ਸੀ। ਅੱਜ ਅਸੀਂ ਇਸ ਪਾਠ ਨੂੰ ਸ਼ੁਰੂ ਕਰਾਂਗੇ, ਪੜ੍ਹਾਂਗੇ ਅਤੇ ਜਾਣਾਂਗੇ ਕਿਰਿਆ ਬਾਰੇ ਹੋਰ ਵਿਸਥਾਰ ਵਿੱਚ। ਕਿਰਿਆ ਦੀ ਪਰਿਭਾਸ਼ਾ ਹੈ ਸਭ ਤੋਂ ਪਹਿਲਾਂ, ਜਿਹੜੇ ਸ਼ਬਦਾਂ ਤੋਂ ਕਿਸੇ ਕੰਮ ਦੇ ਕਰਨ, ਹੋਣ ਜਾਂ ਵਾਪਰਨ ਦਾ ਕਿਸੇ ਵਸਤੂ ਜਾਂ ਵਿਅਕਤੀ ਦੀ ਸਥਿਤੀ ਦਾ ਬੋਧ ਹੋਵੇ, ਉਹਨਾਂ ਸ਼ਬਦਾਂ ਨੂੰ ਵਿਆਕਰਨ ਵਿੱਚ ਕਿਰਿਆ ਕਿਹਾ ਜਾਂਦਾ ਹੈ। ਜਿਵੇਂ ਉਦਾਹਰਨਾਂ ਹਨ ਇਹਨਾਂ ਨੇ ਦਿੱਤੀਆਂ। ਕੁੜੀਆਂ ਚਾਹ ਪੀ ਰਹੀਆਂ ਸਨ। ਗੁਰਪਾਲ ਖੇਡਦਾ ਹੈ। ਸੰਗੀਤਾ ਸਕੂਟਰ ਚਲਾਉਂਦੀ ਹੈ। ਹਰਪਾਲ ਸਵੇਰੇ ਖੇਡਣ ਜਾਵੇਗਾ। ਹੁਣ ਇਹਨਾਂ ਵਾਕਾਂ ਵਿੱਚ ਜਿਹੜੇ ਮੋਟੇ ਸ਼ਬਦ ਭਾਵ ਜਿਹੜੇ ਹਾਈਲਾਈਟ ਕੀਤੇ ਗਏ ਨੇ ਉਹ ਕਿਰਿਆਵਾਂ ਹਨ। ਕੁੜੀਆਂ ਚਾਹ ਪੀਣ ਦਾ ਕੰਮ ਕਰ ਰਹੀਆਂ ਨੇ। ਪੀ ਰਹੀਆਂ ਸਨ, ਇਹ ਕਾਰਜ ਹੋ ਰਿਹਾ। ਕਿਰਿਆ ਇਹ ਹੈ। ਕੀ ਹੋ ਰਿਹਾ? ਕਿਹੜੇ ਕੰਮ ਦੀ ਕਿਰਿਆ ਹੈ? ਚਾਹ ਦੀ। ਚਾਹ ਪੀ ਰਹੀਆਂ ਸਨ। ਗੁਰਪਾਲ ਖੇਡਦਾ ਹੈ। ਖੇਡਦਾ ਹੈ ਕਿਰਿਆ ਹੈ। ਇਸੇ ਤਰ੍ਹਾਂ ਸੰਗੀਤਾ ਸਕੂਟਰ ਚਲਾਉਂਦੀ ਹੈ ਚ ਚਲਾਉਂਦੀ ਹੈ। ਹਰਪਾਲ ਸਵੇਰੇ ਖੇਡਣ ਜਾਵੇਗਾ ਚ ਖੇਡਣ ਜਾਵੇਗਾ। ਸੋ ਇਹ ਜਿਹੜੇ ਸ਼ਬਦ ਨੇ ਇਹ ਕਿਰਿਆਵਾਂ ਹਨ। ਇਸ ਤੋਂ ਅੱਗੇ ਹੈ ਕਰਤਾ ਅਤੇ ਕਰਮ ਕੀ ਹਨ। ਜਿੱਦਾਂ ਕਿ ਅਸੀਂ ਕੱਲ੍ਹ ਵੀ ਪੜ੍ਹਿਆ ਸੀ, ਵਾਕ ਵਿੱਚ ਕਿਰਿਆ ਕਰਨ ਵਾਲੇ ਨੂੰ ਕਰਤਾ ਆਖਦੇ ਹਨ। ਵਾਕ ਵਿੱਚ ਕਰਤਾ ਵੱਲੋਂ ਕੀਤੀ ਜਾਣ ਵਾਲੀ ਕਿਰਿਆ ਦਾ ਪ੍ਰਭਾਵ ਜਿਸ ਨਾਮ ਜਾਂ ਪੜਨਾਮ 'ਤੇ ਪੈਂਦਾ ਹੈ ਉਸ ਨੂੰ ਕਰਮ ਕਿਹਾ ਜਾਂਦਾ ਹੈ। ਜਿਵੇਂ ਉਦਾਹਰਨ, ਮੋਹਨ ਨਾਵਲ ਪੜ੍ਹਦਾ ਹੈ। ਮੋਹਨ ਕਰਤਾ ਹੈ, ਨਾਵਲ ਕਰਮ ਹੈ, ਪੜ੍ਹਦਾ ਹੈ ਕਿਰਿਆ। ਰਾਜੂ ਸਾਈਕਲ ਚਲਾਉਂਦਾ ਹੈ। ਰਾਜੂ ਕਰਤਾ ਹੈ, ਕਰਮ ਸਾਈਕਲ ਹੈ, ਕਿਰਿਆ ਕੀ ਹੈ ਇਹਦੇ ਵਿੱਚ? ਚਲਾਉਂਦਾ ਹੈ। ਹੁਣ ਕਿਰਿਆ ਦੀਆਂ ਦੋ ਕਿਸਮਾਂ ਹੁੰਦੀਆਂ ਨੇ, ਆਓ ਜਾਣਦੇ ਹਾਂ ਇਸ ਸੰਬੰਧੀ ਵੀ। ਅਕਰਮਕ ਕਿਰਿਆ, ਅਕਰਮਕ ਤੋਂ ਭਾਵ ਕਰਮ ਰਹਿਤ ਹੁੰਦਾ ਹੈ। ਇਸ ਲਈ ਜਿਸ ਵਾਕ ਵਿੱਚ ਕਿਰਿਆ ਦਾ ਕਰਮ ਨਹੀਂ ਹੁੰਦਾ ਉਸ ਨੂੰ ਅਕਰਮਕ ਕਿਰਿਆ ਕਿਹਾ ਜਾਂਦਾ ਹੈ। ਜਿਵੇਂ ਕਰਮਜੀਤ ਖੇਡਦੀ ਹੈ, ਨਵਜੀਤ ਪੜ੍ਹਦਾ ਸੀ। ਇਹਨਾਂ ਵਾਕਾਂ ਵਿੱਚ ਖੇਡਦੀ ਹੈ ਤੇ ਪੜ੍ਹਦਾ ਸੀ ਅਕਰਮਕ ਕਿਰਿਆਵਾਂ ਹਨ, ਕਿਉਂਕਿ ਵਾਕ ਵਿੱਚ ਇਹਨਾਂ ਦਾ ਕਰਮ ਨਹੀਂ ਹੈ। ਕੰਮ ਨਹੀਂ ਪਤਾ ਚੱਲ ਰਿਹਾ, ਕਰਮ ਨਹੀਂ ਪਤਾ ਚੱਲ ਰਿਹਾ। ਕਰਮ ਤੋਂ ਬਿਨਾਂ ਹਨ ਇਹ ਦੋਵੇਂ ਵਾਕ। ਸੋ ਇਹਨਾਂ ਦੀ ਜਿਹੜੀ ਕਿਰਿਆ ਹੈ ਉਹ ਕਰਮਕ ਕਿਰਿਆ ਹੈ। ਸਕਰਮਕ ਕੀ ਹੈ? ਕਰਮ ਸਹਿਤ। ਸਕਰਮਕ ਤੋਂ ਭਾਵ ਕਰਮ ਸਹਿਤ ਹੁੰਦਾ ਹੈ। ਇੰਜ ਜਿਸ ਵਾਕ ਵਿੱਚ ਕਿਰਿਆ ਦਾ ਕਰਮ ਹੁੰਦਾ ਹੈ ਉਸ ਨੂੰ ਸਕਰਮਕ ਕਿਰਿਆ ਆਖਦੇ ਹਨ। ਜਿਵੇਂ ਕਰਮਜੀਤ ਹਾਕੀ ਖੇਡਦੀ ਹੈ, ਨਵਜੀਤ ਨਾਵਲ ਪੜ੍ਹਦਾ ਸੀ। ਹੁਣ ਹਾਕੀ ਦਾ ਪਤਾ ਚੱਲ ਗਿਆ ਨਾ ਕਿਹੜਾ ਕਰਮ ਹੈ। ਹਾਕੀ ਖੇਡਦੀ ਹੈ। ਖੇਡਦੀ ਹੈ ਇੱਥੇ ਵੀ ਕਿਰਿਆ ਹੈ, ਪੜ੍ਹਦਾ ਸੀ ਇੱਥੇ ਵੀ ਕਿਰਿਆ ਹੈ, ਪਰ ਨਾਲ ਨਾਵਲ ਆ ਗਿਆ ਸ਼ਬਦ, ਉੱਧਰ ਹਾਕੀ ਆ ਗਿਆ ਸ਼ਬਦ। ਇਹ ਇਹਨਾਂ ਦੇ ਕਰਮ ਆ ਗਏ ਨੇ। ਸੋ ਇੱਥੇ ਕਿਰਿਆਵਾਂ ਨੇ ਜਿਹੜੀਆਂ ਇਸ ਕਰਮਕ ਕਿਰਿਆਵਾਂ ਹਨ। ਇਸ ਤੋਂ ਬਾਅਦ ਅੱਗੇ ਹਨ ਇਸ ਦੇ ਪ੍ਰਸ਼ਨ ਉੱਤਰ। ਹੇਠਲੇ ਪ੍ਰਸ਼ਨਾਂ ਦੇ ਉੱਤਰ ਲਿਖੋ। ਕਿਰਿਆ ਦੀ ਪਰਿਭਾਸ਼ਾ ਲਿਖੋ। ਕਿਰਿਆ ਦੀ ਪਰਿਭਾਸ਼ਾ ਅਸੀਂ ਜਿਵੇਂ ਕਿ ਪਾਠ ਦੇ ਸ਼ੁਰੂ ਵਿੱਚ ਹੀ ਲਿਖੀ ਹੋਈ ਹੈ, ਜਿਹੜੇ ਸ਼ਬਦਾਂ ਤੋਂ ਕਿਸੇ ਕੰਮ ਦੇ ਕਰਨ, ਹੋਣ ਜਾਂ ਵਾਪਰਨ ਦਾ ਕਿਸੇ ਵਸਤੂ ਜਾਂ ਵਿਅਕਤੀ ਦੀ ਸਥਿਤੀ ਦਾ ਬੋਧ ਹੋਵੇ ਉਹਨਾਂ ਸ਼ਬਦਾਂ ਨੂੰ ਵਿਆਕਰਨ ਵਿੱਚ ਕਿਰਿਆ ਕਿਹਾ ਜਾਂਦਾ ਹੈ। ਇੰਨੀ ਪਰਿਭਾਸ਼ਾ ਅਸੀਂ ਦੇਵਾਂਗੇ ਅਤੇ ਉਦਾਹਰਨ ਵੀ ਅਸੀਂ ਲਿਖਾਂਗੇ ਨਾਲ ਇਹਦੇ। ਜਿਵੇਂ ਦੋ ਉਦਾਹਰਨਾਂ ਤੁਸੀਂ ਲਿਖ ਸਕਦੇ ਹੋ, ਜਿਹਦੇ ਵਿੱਚ ਇੱਕ ਉਦਾਹਰਨ ਤੁਹਾਡੀ ਸਕਰਮਕ ਕਿਰਿਆ ਵਾਲੀ ਹੋਵੇ, ਦੂਜੀ ਅਕਰਮਕ ਵਾਲੀ। ਜਿਵੇਂ ਗੁਰਪਾਲ ਖੇਡਦਾ ਹੈ ਅਕਰਮਕ,
ਕੁੜੀਆਂ ਚਾਹ ਪੀ ਰਹੀਆਂ ਸਨ, ਸਕਰਮਕ ਕਿਰਿਆ। ਇਹ ਦੋ ਤੁਸੀਂ ਉਦਾਹਰਨਾਂ ਲਿਖ ਸਕਦੇ ਹੋ। ਦੂਸਰਾ ਪ੍ਰਸ਼ਨ ਹੈ ਕਰਮਕ ਕਿਰਿਆ ਤੋਂ ਕੀ ਭਾਵ ਹੈ। ਇਹ ਅਸੀਂ ਜਿੱਥੇ ਕਿਸਮਾਂ ਦੱਸੀਆਂ ਹਨ ਕਰਮਕ ਕਿਰਿਆ ਦੀ ਉਸ ਜਗ੍ਹਾ 'ਤੇ ਆ ਜਾਵਾਂਗੇ। ਪਹਿਲੀ ਕਿਸਮ ਜਿਹੜੀ ਹੈ ਇਹਨੂੰ ਇਸ ਤਰੀਕੇ ਨਾਲ ਹੀ ਲਿਖ ਦਾਂਗੇ, ਕਰਮਕ ਤੋਂ ਭਾਵ ਕਰਮ ਰਹਿਤ ਹੁੰਦਾ ਹੈ। ਇਸ ਲਈ ਜਿਸ ਵਾਕ ਵਿੱਚ ਕਿਰਿਆ ਦਾ ਕਰਮ ਨਹੀਂ ਹੁੰਦਾ ਉਸ ਨੂੰ ਕਰਮਕ ਕਿਰਿਆ ਕਿਹਾ ਜਾਂਦਾ ਹੈ। ਇਹਦੇ ਵਿੱਚ ਅਸੀਂ ਪਹਿਲੀ ਉਦਾਹਰਨ ਲਿਖ ਸਕਦੇ ਹਾਂ, ਕਰਮਜੀਤ ਖੇਡਦੀ ਹੈ। ਇਸ ਤੋਂ ਅੱਗੇ ਤੀਸਰਾ ਪ੍ਰਸ਼ਨ ਹੈ ਸਕਰਮਕ ਕਿਰਿਆ ਕਿਸ ਨੂੰ ਆਖਦੇ ਹਨ। ਸੋ ਸਕਰਮਕ ਕਿਰਿਆ ਵਾਲਾ ਇਸੇ ਤਰ੍ਹਾਂ ਪਰਿਭਾਸ਼ਾ ਜਿਹੜੀ ਉਹਨਾਂ ਨੇ ਸਕਰਮਕ ਕਿਰਿਆ ਦੇ ਅੱਗੇ ਦਿੱਤੀ ਹੈ ਅਸੀਂ ਇਸੇ ਤਰ੍ਹਾਂ ਆਨਸਰ ਵਿੱਚ ਲਿਖ ਲਾਂਗੇ। ਸਕਰਮਕ ਤੋਂ ਭਾਵ ਕਰਮ ਸਹਿਤ ਹੁੰਦਾ ਹੈ। ਇੰਜ ਜਿਸ ਵਾਕ ਵਿੱਚ ਕਿਰਿਆ ਦਾ ਕਰਮ ਹੁੰਦਾ ਹੈ ਉਸ ਨੂੰ ਸਕਰਮਕ ਕਿਰਿਆ ਆਖਦੇ ਹਨ। ਕਰਮਜੀਤ ਹਾਕੀ ਖੇਡਦੀ ਹੈ। ਇਹ ਹੋ ਗਿਆ ਜੀ ਆਪਣਾ ਤੀਸਰਾ ਪ੍ਰਸ਼ਨ। ਤੇ ਚੌਥਾ ਪ੍ਰਸ਼ਨ ਇਹਨਾਂ ਨੇ ਦਿੱਤਾ ਹੈ ਕਰਤਾ ਤੇ ਕਰਮ ਕਿਸ ਨੂੰ ਆਖਦੇ ਹਨ। ਕਰਤਾ ਤੇ ਕਰਮ ਦੀ ਵੀ ਗੱਲ ਇੱਥੇ ਹੈ। ਉਹਨਾਂ ਨੇ ਪ੍ਰਸ਼ਨ ਵੀ ਬਣਾਇਆ ਉੱਪਰ, ਕਰਤਾ ਤੇ ਕਰਮ ਕੀ ਹਨ। ਇਹਦਾ ਆਨਸਰ ਵੀ ਇੱਥੇ ਬੁੱਕ ਵਿੱਚ ਹੈ। ਵਾਕ ਵਿੱਚ ਕਿਰਿਆ ਕਰਨ ਵਾਲੇ ਨੂੰ ਕਰਤਾ ਆਖਦੇ ਹਨ। ਵਾਕ ਵਿੱਚ ਕਰਤਾ ਵੱਲੋਂ ਕੀਤੀ ਜਾਣ ਵਾਲੀ ਕਿਰਿਆ ਦਾ ਪ੍ਰਭਾਵ ਜਿਸ ਨਾਂ ਜਾਂ ਪੜਨਾਮ 'ਤੇ ਪੈਂਦਾ ਹੈ ਉਸ ਨੂੰ ਕਰਮ ਕਿਹਾ ਜਾਂਦਾ ਹੈ। ਉਦਾਹਰਨ ਵੀ ਲਿਖ ਸਕਦੇ ਹੋ ਤੁਸੀਂ, ਜਿਵੇਂ ਨਾਵਲ। ਕੌਣ ਪੜ੍ਹ ਰਿਹਾ? ਮੋਹਨ ਨਾਵਲ ਪੜ੍ਹਦਾ ਹੈ। ਇੱਥੇ ਹੁਣ ਕਰਤਾ ਦੱਸ ਸਕਦੇ ਹਾਂ ਕਿ ਮੋਹਨ ਹੈ, ਕਰਮ ਨਾਵਲ ਹੈ, ਕਿਰਿਆ ਪੜ੍ਹਦਾ ਹੈ। ਸੋ ਇਹ 4 ਪ੍ਰਸ਼ਨ ਉੱਤਰ ਤੁਸੀਂ ਅੱਜ ਕਰੋਗੇ ਆਪਣੀਆਂ ਕਾਪੀਆਂ ਦੇ ਉੱਪਰ। ਬਾਕੀ ਦਾ ਰਹਿੰਦਾ ਕੰਮ ਅਸੀਂ ਅਗਲੀ ਕਲਾਸ ਵਿੱਚ ਕਰਾਂਗੇ, ਅਗਲੇ ਲੈਕਚਰ ਵਿੱਚ ਕਰਾਂਗੇ। ਅੱਜ ਤੱਕ ਲਈ ਇੰਨਾ ਹੀ। ਧੰਨਵਾਦ।